ਹੈਲੋ एवरीवन ਵੈਲਕਮ ਟੂ ਮਾਈ ਚੈਨਲ ਜੀ ਰਾਮਪਾਲ। ਅੱਜ ਦੇ ਟੌਪਿਕ ਵਿੱਚ ਅਸੀਂ ਬੁੱਕਸ ਅਤੇ ਰੀਡਿੰਗ ਇਹ ਪੈਰਾਗ੍ਰਾਫ ਨੂੰ ਪੰਜਾਬੀ ਵਿੱਚ ਟਰਾਂਸਲੇਟ ਕਰਾਂਗੇ। ਆਈ ਲਵ ਟੂ ਰੀਡ ਬੁੱਕਸ। ਮੈਨੂੰ ਕਿਤਾਬਾਂ ਪੜ੍ਹਨਾ ਪਸੰਦ ਹਨ। ਆਈ ਐਮ ਅ ਰੀਅਲ ਬੁੱਕਵਰਮ। ਮੈਂ ਰੀਅਲ ਅਸਲ ਵਿੱਚ ਬੁੱਕਵਰਮ ਕਿਤਾਬੀ ਕੀੜਾ ਹਾਂ। ਮੈਂ ਅਸਲ ਵਿੱਚ ਕਿਤਾਬੀ ਕੀੜਾ ਹਾਂ। ਐਂਡ ਆਈ ਇੰਜੋਏ ਬਰਾਊਜ਼ਿੰਗ ਇਨ ਦ ਲੋਕਲ ਬੁੱਕ ਸ਼ਾਪਸ। ਅਤੇ ਮੈਂ ਪਸੰਦ ਕਰਦਾ ਹਾਂ, ਇੰਜੋਏ ਕਰਦਾ ਹਾਂ, ਆਨੰਦ ਮਾਣਦਾ ਹਾਂ। ਬਰਾਊਜ਼ਿੰਗ ਝਾਤ ਮਾਰਨਾ। ਇਨ ਦ ਲੋਕਲ ਬੁੱਕ ਸ਼ਾਪਸ ਦੇ ਵਿੱਚ ਜਿਹੜੀਆਂ ਲੋਕਲ ਬੁੱਕ ਸ਼ਾਪਸ ਨੇ ਉਹਨਾਂ ਵਿੱਚ ਜਸਟ ਲੁਕਿੰਗ ਬਰੀਫਲੀ, ਕੇਵਲ ਬਰੀਫਲੀ ਲੁਕਿੰਗ, ਸੰਖੇਪ ਵਿੱਚ ਵੇਖਦਾ ਥੋੜ੍ਹਾ। ਬਰੀਫਲੀ ਮੈਨੇ ਸੰਖੇਪ ਵਿੱਚ। ਐਟ ਵਨ ਬੁੱਕ ਆਫਟਰ ਅਨਦਰ, ਇੱਕ ਤੋਂ ਬਾਅਦ ਦੂਜੀ ਕਿਤਾਬ। ਆਈ ਲੁੱਕ ਐਟ ਦ ਇਲਸਟ੍ਰੇਸ਼ਨਸ। ਮੈਂ ਇਲਸਟ੍ਰੇਸ਼ਨ ਵੱਲ ਵੇਖਦਾ ਹਾਂ, ਕਿਤਾਬਾਂ ਵਿੱਚ ਜੋ ਦ੍ਰਿਸ਼ ਹੁੰਦੇ ਹਨ ਉਹ ਵੇਖਦਾ ਹਾਂ। ਐਂਡ ਦ ਫੋਟੋਜ਼ ਵੇਖਦਾ ਹਾਂ। ਐਂਡ ਡਰਾਇੰਗਸ ਵੇਖਦਾ ਹਾਂ। ਇਫ ਦੇਅਰ ਆਰ ਫੋਰਨ ਔਰ ਟੈਕਨੀਕਲ ਵਰਡਸ ਇਨ ਦ ਬੁੱਕ, ਜੇ ਕਿਤਾਬ ਵਿੱਚ ਕੁਛ ਵਿਦੇਸ਼ੀ ਸ਼ਬਦ ਹਨ ਜਾਂ ਤਕਨੀਕੀ ਸ਼ਬਦ ਹਨ ਇਨ ਦ ਬੁੱਕ, ਕਿਤਾਬ ਵਿੱਚ। ਆਈ ਲੁੱਕ ਐਟ ਦ ਗਲੋਸਰੀ ਐਟ ਦ ਬੈਕ ਆਫ ਦੇਅਰ ਮੀਨਿੰਗ ਫॉर देयर मीनिंग। ਸੋ ਮੈਂ ਫਿਰ ਲੁੱਕ ਐਟ ਵੇਖਦਾ ਹਾਂ, ਗਲੋਸਰੀ ਸ਼ਬਦਾਵਲੀ। ਐਟ ਦ ਬੈਕ, ਜਿਹੜੀ ਬੈਕ 'ਤੇ ਹੁੰਦੀ ਹੈ ਕਿਤਾਬ ਦੇ ਜਾਂ ਚੈਪਟਰ ਦੇ ਬੈਕ 'ਤੇ ਹੁੰਦੀ ਹੈ, ਲਾਸਟ 'ਤੇ। ਫॉर देयर ਮੀਨਿੰਗ ਵਾਸਤੇ। ਅਨਲੈਸ ਦੇ ਆਰ ਐਕਸਪਲੇਨਡ ਇਨ ਫੁੱਟ ਨੋਟ ਦੇ ਵਿੱਚ ਜੇਕਰ ਉਹ ਐਕਸਪਲੇਨ ਨਾ ਕੀਤੇ ਹੋਣ, ਉਹਨਾਂ ਦਾ ਵਰਣਨ ਫੁੱਟ ਨੋਟ ਵਿੱਚ ਨਾ ਕੀਤਾ ਹੋਵੇ। ਫੁੱਟ ਨੋਟ ਮਤਲਬ ਐਕਸਟਰਾ ਇਨਫੋਰਮੇਸ਼ਨ। ਐਟ ਦ ਬੋਟਮ ਆਫ ਦ ਪੇਜਿਸ, ਜਿਹੜੀ ਕਿ ਪੇਜਿਸ ਦੇ ਸਭ ਤੋਂ ਹੇਠਾਂ ਦਿੱਤੀ ਗਈ ਹੁੰਦੀ ਹੈ। ਬੋਟਮ ਹੈ ਨਾ, ਹੇਠਾਂ। ਐਂਡ ਆਈ ਲੁੱਕ ਐਟ ਦ ਬਿਬਲੀਓਗ੍ਰਾਫੀ ਦੇ ਵੱਲ ਵੇਖਦਾ ਹਾਂ। ਬਿਬਲੀਓਗ੍ਰਾਫੀ ਪੁਸਤਕ ਸੂਚੀ। ਆਲਸੋ ਐਟ ਦ ਬੈਕ, ਜਿਹੜੀ ਕਿ ਉਹ ਵੀ ਬੈਕ 'ਤੇ ਹੁੰਦੀ ਹੈ ਕਿਤਾਬ ਦੇ। ਵਿਚ ਇਜ਼ ਅ ਲਿਸਟ ਆਫ ਬੁੱਕਸ, ਜਿਹੜੀ ਕਿ ਕਿਤਾਬਾਂ ਦੀ ਇੱਕ ਲਿਸਟ ਹੁੰਦੀ ਹੈ। ਔਨ ਦ ਸੇਮ ਸਬਜੈਕਟ, ਕਿ ਇਸੇ ਸਬਜੈਕਟ ਦੇ ਉੱਤੇ ਹੀ, ਜਿਹੜੇ ਸਬਜੈਕਟ 'ਤੇ ਬੁੱਕ ਹੈ ਉਸੇ ਸਬਜੈਕਟ 'ਤੇ ਹੋਰ ਕਿਤਾਬਾਂ ਪੜ੍ਹਨੀਆਂ ਹੋਣ ਤਾਂ ਉਸ ਦੀ ਜਿਹੜੀ ਲਿਸਟ ਹੈ ਉਹ ਦਿੱਤੀ ਹੁੰਦੀ ਹੈ। ਉਸ ਨੂੰ ਅਸੀਂ ਬਿਬਲੀਓਗ੍ਰਾਫੀ ਕਹਿੰਦੇ ਹਾਂ। ਐਂਡ ਆਈ ਯੂਜ਼ ਦ ਲਾਇਬ੍ਰੇਰੀ ਅਲੋਟ। ਮੈਂ ਲਾਇਬ੍ਰੇਰੀ ਨੂੰ ਬਹੁਤ ਵਰਤਦਾ ਹਾਂ। ਆਈ ਬੋਰੋ 2 or 3 ਬੁੱਕਸ ਅ ਵੀਕ। ਮੈਂ ਉਧਾਰ ਲੈਂਦਾ ਹਾਂ। ਬੋਰੋ ਉਧਾਰ ਲੈਣਾ। 2 ਜਾਂ 3 ਕਿਤਾਬਾਂ ਅ ਵੀਕ, ਹਫ਼ਤੇ ਵਿੱਚ 2 ਜਾਂ 3 ਕਿਤਾਬਾਂ ਉਧਾਰ ਲੈਂਦਾ ਹਾਂ। ਐਂਡ ਆਈ ਹੈਵ ਟੂ ਪੇ ਅ ਫਾਈਨ। ਅਤੇ ਮੈਨੂੰ ਇੱਕ ਫਾਈਨ ਪੇ ਕਰਨਾ ਪੈਂਦਾ ਹੈ। ਇਫ ਆਈ ਰਿਟਰਨ ਦੈਮ ਲੇਟ, ਜੇਕਰ ਮੈਂ ਉਹਨਾਂ ਨੂੰ ਰਿਟਰਨ ਕਰਨਾ, ਵਾਪਸ ਕਰਨਾ। ਉਹਨਾਂ ਨੂੰ ਲੇਟ, ਜੇਕਰ ਮੈਂ ਉਹਨਾਂ ਨੂੰ ਲੇਟ ਰਿਟਰਨ ਕਰਦਾ ਹਾਂ, ਲੇਟ ਵਾਪਸ ਕਰਦਾ ਹਾਂ ਤਾਂ ਮੈਨੂੰ ਫਾਈਨ ਵੀ ਦੇਣਾ ਪੈਂਦਾ ਹੈ। ਫਰੈਂਡਸ ਔਫਨ ਰਿਕਮੈਂਡ ਬੁੱਕਸ ਟੂ ਮੀ। ਦੋਸਤ ਮੈਨੂੰ ਅਕਸਰ ਰਿਕਮੈਂਡ ਕਰਦੇ ਹਨ, ਮੈਨੂੰ ਕਿਤਾਬਾਂ ਦੀ ਸਿਫਾਰਿਸ਼ ਕਰਦੇ ਹਨ। ਰਿਕਮੈਂਡ ਕਰਨਾ, ਸਿਫਾਰਿਸ਼ ਕਰਨਾ ਕਿ ਕਿਹੜੀ ਕਿਤਾਬ ਤੂੰ ਪੜ੍ਹ। ਐਂਡ ਆਈ ਆਲਸੋ ਰੀਡ ਬੁੱਕ ਰਿਵਿਊਜ਼। ਅਤੇ ਮੈਂ ਬੁੱਕ ਰਿਵਿਊਜ਼ ਵੀ ਪੜ੍ਹਦਾ ਹਾਂ। ਬੁੱਕ ਦੀ ਸਮੀਖਿਆ ਇਨ ਦਾ ਨਿਊਜ਼ਪੇਪਰ ਦੇ ਵਿੱਚ। ਆਈ ਡੋਂਟ ਆਲਵੇਜ਼ ਐਗਰੀ ਵਿਦ ਦੈਮ। ਮੈਂ ਹਮੇਸ਼ਾ ਉਹਨਾਂ ਨਾਲ ਸਹਿਮਤ ਨਹੀਂ ਹੁੰਦਾ। ਐਗਰੀ ਵਿਦ, ਸਹਿਮਤ ਹੋਣਾ। ਬਟ ਐਨੀਵੇ, ਚਲੋ ਕੋਈ ਗੱਲ ਨਹੀਂ। ਐਨੀਵੇ ਮਤਲਬ ਕੋਈ ਗੱਲ ਨਹੀਂ। ਦੇ ਲੈਟ ਮੀ ਨੋ, ਉਹਨਾਂ ਤੋਂ ਮੈਨੂੰ ਪਤਾ ਲੱਗਦਾ ਹੈ। ਜਾਂ ਨੋ ਮੈਨੇ ਜਾਣਨਾ, ਜਾਂ ਮੈਂ ਉਹਨਾਂ ਤੋਂ ਜਾਣਦਾ ਹਾਂ। ਵਾਟ ਨਿਊ ਬੁੱਕਸ ਆਰ ਬੀਇੰਗ ਪਬਲਿਸ਼ਡ, ਕਿ ਕਿਹੜੀਆਂ ਨਵੀਆਂ ਬੁੱਕਸ ਆ ਉਹ ਹੋਰ ਪਬਲਿਸ਼ਡ ਕੀਤੀਆਂ ਜਾ ਰਹੀਆਂ ਹਨ। ਆਈ ਹੈਵ ਰੈਡ ਪਲੈਥਰਾ ਆਫ ਬੁੱਕਸ। ਮੈਂ ਬਹੁਤ ਸਾਰੀਆਂ ਕਿਤਾਬਾਂ ਪੜ੍ਹ ਲਈਆਂ ਹਨ ਜਾਂ ਪੜ੍ਹ ਚੁੱਕਾ ਹਾਂ। ਇਟਸ ਇਨ ਪ੍ਰੈਜੈਂਟ ਪਰਫੈਕਟ ਟੈਂਸ। ਬਟ ਦ ਬੁੱਕ ਆਈ ਲਾਈਕ ਦ ਮੋਸਟ ਇਜ਼, ਪਰ ਕਿਤਾਬ ਜਿਹੜੀ ਮੈਨੂੰ ਸਭ ਤੋਂ ਵੱਧ ਲਾਈਕ ਕਰਦਾ, ਮੈਂ ਪਸੰਦ ਕਰਦਾ ਹਾਂ, ਉਹ ਕਿਹੜੀ ਹੈ? ਦ ਓਲਡ ਮੈਨ ਐਂਡ ਦ ਸੀ। ਕਿਤਾਬ ਦਾ ਨਾਂ ਹੈ ਓਲਡ ਮੈਨ ਐਂਡ ਦ ਸੀ। ਇਟ ਇਜ਼ ਅ ਸਟੋਰੀ ਆਫ ਅ ਰੀਅਲ ਹੀਰੋ। ਇਹ ਇੱਕ ਅਸਲ ਹੀਰੋ ਦੀ ਸਟੋਰੀ ਹੈ। ਜਿਹੜਾ ਹੈਡ ਕਰੇਜ, ਜਿਸ ਕੋਲ ਕਰਜ ਹੈ, ਮਤਲਬ ਹੌਸਲਾ ਹੈ, ਕੌਨਫੀਡੈਂਸ ਹੈ। ਐਂਡ ਫੋਰਟੀਟਿਊਡ, ਅਤੇ ਕਿਸਮਤ ਹੈ।
All the villagers called him a weak fisherman. ਸਾਰੇ ਪਿੰਡ ਵਾਲੇ ਉਸ ਨੂੰ ਬੁਲਾਉਂਦੇ ਹਨ, ਕਹਿੰਦੇ ਹਨ ਹਿਮ ਉਸ ਨੂੰ a weak fisherman, ਕਮਜ਼ੋਰ ਫਿਸ਼ਰਮੈਨ ਕਹਿੰਦੇ ਹਨ, ਕਮਜ਼ੋਰ ਮਛੇਰਾ ਕਹਿੰਦੇ ਹਨ। ਬਿਕੋਜ਼ ਕਿਉਂਕਿ whenever he went fishing, ਕਿ ਜਦੋਂ ਵੀ whenever ਜਦੋਂ ਕਦੇ ਵੀ he went fishing ਤੇ ਜਾਂਦਾ ਸੀ। caught a few fish, caught ਪਕੜਨਾ, a few fish ਥੋੜ੍ਹੀਆਂ ਜਿਹੀਆਂ ਕੁਝ ਕੁ ਫਿਸ਼ ਹੀ ਪਕੜਦਾ ਸੀ। ਡਿਊ ਟੂ ਹਿਜ਼ ਪੂਅਰ ਪਰਫਾਰਮੈਂਸ ਐਟ ਸੀ, ਉਸ ਦੀ ਡਿਊ ਟੂ ਮਨ ਕਰਕੇ, ਦੇ ਕਰਕੇ, ਡਿਊ ਟੂ ਮਤਲਬ ਦੇ ਕਰਕੇ, ਉਸ ਦੀ ਪੂਅਰ ਪਰਫਾਰਮੈਂਸ ਦੇ ਕਰਕੇ, ਐਟ ਸੀ ਸਮੁੰਦਰੀ ਤਲ 'ਤੇ ਉਸ ਦੀ ਪੂਅਰ ਪਰਫਾਰਮੈਂਸ ਕਰਕੇ ਹੀ ਵਾਜ਼ ਲੀਡਿੰਗ ਅ ਮਿਜ਼ਰੇਬਲ ਲਾਈਫ, ਸੋ ਉਹ ਬਤੀਤ ਕਰ ਰਿਹਾ ਸੀ ਲੀਡਿੰਗ ਅ ਮਿਜ਼ਰੇਬਲ ਲਾਈਫ, ਇੱਕ ਤਰਸਯੋਗ ਜ਼ਿੰਦਗੀ। ਹੀ ਵਾਜ਼ ਓਨਲੀ ਹੈਂਡ ਟੂ ਮਾਊਥ, ਉਹ ਕੇਵਲ ਹੈਂਡ ਟੂ ਮਾਊਥ ਸੀ, ਮਤਲਬ ਜਿੰਨਾ ਕਮਾਉਂਦਾ ਸੀ ਓਨਾ ਹੀ ਖਾ ਲੈਂਦਾ ਸੀ। ਵਨ ਡੇ ਹੀ ਟੁੱਕ ਅ ਚੈਲੰਜ, ਇੱਕ ਦਿਨ ਉਸਨੇ ਇੱਕ ਚੈਲੰਜ ਲਿਆ ਦੈਟ ਹੀ ਵੁੱਡ ਬ੍ਰਿੰਗ ਅ ਹਿਊਜ ਫਿਸ਼, ਕਿ ਉਹ ਇੱਕ ਵੱਡੀ ਫਿਸ਼, ਹਿਊਜ ਸੋ ਬਿਗ ਦੀ ਜਗ੍ਹਾ ਅਸੀਂ ਹਿਊਜ ਲਿਖ ਸਕਦੇ ਹਾਂ, ਕਿ ਬ੍ਰਿੰਗ ਲਿਆਉਣਾ, ਉਹ ਲਿਆਵੇਗਾ ਅ ਬਿਗ ਫਿਸ਼, ਵੱਡੀ ਫਿਸ਼, ਅ ਹਿਊਜ ਫਿਸ਼ ਲਿਆਵੇਗਾ। ਫॉर ਦਿਸ, ਇਸ ਲਈ ਹੀ ਵੈਂਟ ਫਾਰ ਅਵੇ ਫਰੋਮ ਦ ਸ਼ੋਰ, ਸੋ ਸ਼ੋਰ ਕਿਨਾਰਾ, ਸੋ ਉਹ ਫਾਰ ਅਵੇ ਚਲਾ ਗਿਆ ਕਿਨਾਰੇ ਤੋਂ, ਫਾਰ ਅਵੇ ਬਹੁਤ ਦੂਰ, ਵੈਂਟ ਜਾਣਾ, ਸੋ ਇਹ ਪਾਸਟ ਇੰਡੈਫੀਨਿਟ ਹੈ। ਡੇਜ਼ ਐਂਡ ਨਾਈਟਸ ਹੀ ਵੈਂਟ ਔਨ ਐਂਡ ਔਨ, ਦਿਨ ਰਾਤ ਉਹ ਅੱਗੇ ਵੱਧਦਾ ਗਿਆ, ਔਨ ਐਂਡ ਔਨ ਅੱਗੇ ਦੀ ਅੱਗੇ ਵੱਧਦਾ ਗਿਆ। ਐਟ ਲਾਸਟ ਹੀ ਗੋਟ ਅ ਵੈਰੀ ਬਿਗ ਫਿਸ਼, ਸੋ ਅਖੀਰ ਵਿੱਚ ਉਸਨੂੰ ਇੱਕ ਵੱਡੀ ਸਾਰੀ ਫਿਸ਼ ਜਿਹੜੀ ਉਹ ਮਿਲੀ। ਐਂਡ ਹੀ ਟਾਇਡ ਇਟ, ਟਾਏ ਮੈਨੇ ਬੰਨਣਾ, ਸੋ ਉਸਨੇ ਬੰਨ੍ਹ ਲਿਆ ਇਟ ਟੂ ਹਿਜ਼ ਬੋਟ, ਆਪਣੀ ਬੋਟ ਦੇ ਨਾਲ, ਵਿਦ ਅ ਰੋਪ, ਰੋਪ ਦੇ ਨਾਲ। ਵਾਈਲ ਹੀ ਵਾਜ਼ ਔਨ ਦਾ ਵੇ ਟੂ ਹਿਜ਼ ਹੋਮ ਟਾਊਨ, ਜਦੋਂ ਵਾਈਲ ਇੱਥੇ ਜਦੋਂ ਆਪਣੇ ਘਰ ਔਨ ਦਾ ਵੇ, ਘਰ ਦੇ ਰਸਤੇ 'ਤੇ ਸੀ, ਔਨ ਵਾਪਸ ਆ ਰਿਹਾ ਸੀ ਹੋਮ ਟਾਊਨ ਨੂੰ। ਸਮ ਸ਼ਾਰਕਸ ਅਟੈਕਡ, ਕੋਈ ਸ਼ਾਰਕਸ ਨੇ ਉੱਤੇ ਅਟੈਕ ਕਰ ਦਿੱਤਾ। ਹੀ ਫੌਟ ਬਰੇਵਲੀ, ਫਾਈਟ ਫੌਟ, ਇਹ ਸੈਕਿੰਡ ਫਾਰਮ ਹੈ ਪਾਸਟ ਇੰਡੈਫੀਨਿਟ। ਹੀ ਫੌਟ ਬਰੇਵਲੀ, ਉਹ ਬਹਾਦਰੀ ਨਾਲ ਲੜਿਆ, ਵਿਦ ਦਾ ਸ਼ਾਰਕਸ, ਸ਼ਾਰਕਸ ਮੱਛੀਆਂ ਹੈ, ਸ਼ਾਰਕਸ ਮੱਛੀਆਂ ਨਾਲ ਜਿਹੜਾ ਉਹ ਬਹਾਦਰੀ ਨਾਲ ਲੜਿਆ। ਇਨ ਦਾ ਐਂਡ, ਅਖੀਰ ਵਿੱਚ, ਵੀ ਸੀ ਦੈਟ ਦ ਓਲਡ ਮੈਨ ਵਾਜ਼ ਲੇਇੰਗ ਫਲੈਟ ਔਨ ਦਾ ਸ਼ੋਰ ਵਿਦ ਹਿਜ਼ ਬੋਟ ਐਂਡ ਅ ਲਾਰਜ ਸਕੈਲਟਨ ਆਫ ਫਿਸ਼, ਸੋ ਅੰਤ ਵਿੱਚ ਅਸੀਂ ਵੇਖਦੇ ਹਾਂ ਉਸ ਨਾਵਲ ਵਿੱਚ ਹੀ ਵਾਜ਼, ਵੀ ਸੀ ਦੈਟ, ਅਸੀਂ ਵੇਖਦੇ ਹਾਂ ਦ ਓਲਡ ਮੈਨ ਵਾਜ਼ ਲੇਇੰਗ ਫਲੈਟ, ਸੋ ਉੱਥੇ ਲੰਮੇ ਪਿਆ ਹੋਇਆ ਸੀ ਸਿੱਧਾ ਹੀ, ਔਨ ਦਾ ਸ਼ੋਰ ਕਿਨਾਰੇ 'ਤੇ, ਵਿਦ ਹਿਜ਼ ਬੋਟ ਆਪਣੀ ਬੋਟ ਦੇ ਨਾਲ, ਐਂਡ ਅ ਲਾਰਜ ਸਕੈਲਟਨ ਆਫ ਫਿਸ਼, ਅਤੇ ਇੱਕ ਵੱਡੀ ਫਿਸ਼ ਦੇ ਸਕੈਲਟਨ ਨਾਲ, ਸਕੈਲਟਨ ਮੀਨਸ ਪਿੰਜਰ, ਸੋ ਇੱਕ ਵੱਡੀ ਫਿਸ਼ ਦੇ ਪਿੰਜਰ ਨਾਲ ਉਹ ਪਿਆ ਸੀ। ਆਲ ਵਿਲੇਜਰਸ ਸਟਾਰਟਡ ਕਾਲਿੰਗ ਹਿਮ ਅ ਰੀਅਲ ਹੀਰੋ, ਸਾਰੇ ਪੇਂਡੂ ਜਿੰਨੇ ਵੀ ਉਸਦੇ ਪਿੰਡ ਦੇ ਸਨ, ਸਟਾਰਟਡ ਕਾਲਿੰਗ, ਉਸ ਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ, ਰੀਅਲ ਹੀਰੋ ਦੇ ਤੌਰ 'ਤੇ ਉਸ ਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ। ਹੀ ਸਟੋਰੀ ਟੈਲਸ ਅਸ ਟੂ ਬੀ ਕੌਨਫੀਡੈਂਟ, ਸੋ ਉਸ ਦੀ ਸਟੋਰੀ ਸਾਨੂੰ ਦੱਸਦੀ ਹੈ ਕਿ ਕੌਨਫੀਡੈਂਟ ਰਹੋ, ਟੂ ਬੀ ਕੌਨਫੀਡੈਂਟ, ਹੈਵ ਪੇਸ਼ੈਂਸ ਰੱਖੋ, ਹੌਸਲਾ ਰੱਖੋ, ਐਂਡ ਟੂ ਬੀ ਬਰੇਵ, ਅਤੇ ਬਹਾਦਰ ਬਣੋ। ਸੋ ਇਹ ਸੀਗੀ ਅੱਜ ਦੀ ਸਟੋਰੀ। ਨੈਕਸਟ ਟੋਪਿਕ ਅਸੀਂ ਕਰਾਂਗੇ ਕਾਰਸ ਐਂਡ ਡਰਾਈਵਿੰਗ। ਥੈਂਕ ਯੂ।